ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਗੁਰੂ ਪਿਆਰੀ ਗੁਰੂ ਸਵਾਰੀ ਪਰਮ ਸਤਿਕਾਰਯੋਗ ਸਾਧ ਸੰਗਤ ਜੀਓ, ਅੱਜ ਦਾਸ ਕਥਾ ਸੁਣਨੇ ਵਾਲੇ ਦੀ ਬਿਰਤੀ ਕਿਹੋ ਜਿਹੀ ਹੋਣੀ ਚਾਹੀਦੀ ਆ, ਇਸ ਦੀ ਇੱਕ ਤਿਲ ਮਾਤਰ ਵਿਚਾਰ ਆਪ ਸਾਰੀਆਂ ਸੰਗਤਾਂ ਨਾਲ ਸਾਂਝਾ ਕਰਦਾ ਹੈਗਾ। ਦੇਖੋ, ਜਿਵੇਂ ਸੰਤ ਮਹਾਂਪੁਰਖ ਬਾਬਾ ਈਸ਼ਰ ਸਿੰਘ ਜੀ ਰਾੜੇ ਸਾਹਿਬ ਵਾਲੇ ਹੋਏ ਆ, ਉਹ ਅਕਸਰ ਸੰਗਤ 'ਚ ਦੱਸਦੇ ਸੀਗੇ ਕਿ ਅਗਰ ਕੋਈ ਵੀ ਕਥਾਵਾਚਕ ਜਾਂ ਪ੍ਰਾਣੀ ਪਰਮੇਸ਼ਰ ਨਾਲੋਂ ਤੋੜ ਕੇ ਆਪਣੇ ਨਾਲ ਜੋੜੇ ਤੇ ਕਹਿੰਦੇ ਭਾਈ ਉਹ ਤੋਂ ਸਾਵਧਾਨ ਹੋ ਜਾਓ, ਉਹ ਤੋਂ ਬਚਣ ਦੀ ਲੋੜ ਹੈ। ਕਿਉਂਕਿ ਇਹੋ ਜਿਹੇ ਜਿਹੜੇ ਵਿਚਾਰਵਾਨ ਵਿਦਵਾਨ ਹੁੰਦੇ ਆ ਨਾ, ਉਹ ਬੜੇ ਚੁਸਤ ਹੁੰਦੇ ਆ। ਕਿਉਂਕਿ ਮਨੁੱਖਾ ਜਨਮ ਤੁਹਾਡਾ ਆਪਣਾ ਹੈਗਾ, ਸੋ ਆਪਣੇ ਜਨਮ ਨੂੰ ਕਿਸ ਢੰਗ ਦੇ ਨਾਲ ਜਿਉਣਾ ਹੈਗਾ, ਇਹ ਫੈਸਲਾ ਤੁਹਾਡੇ ਆਪਣੇ ਅਖਤਿਆਰ ਦੇ ਵਿੱਚ ਹੁੰਦਾ ਹੈ। ਹਾਂ, ਜਿਹੜੇ ਕਥਾਵਾਚਕ ਆਪਣੇ ਨਾਲੋਂ ਤੋੜ ਕੇ ਪਰਮੇਸ਼ਰ ਦੇ ਨਾਲ ਜੋੜਦੇ ਆ, ਅਤੇ ਬਾਬਾ ਈਸ਼ਰ ਸਿੰਘ ਜੀ ਦੱਸਦੇ ਸੀ, ਕਹਿੰਦੇ ਉਹਨਾਂ ਦਾ ਲੜ ਕਦੇ ਨਹੀਂ ਛੱਡਣਾ ਚਾਹੀਦਾ। ਸੋ ਕਹਿਣ ਤੋਂ ਭਾਵ ਇਹ ਹੈਗਾ ਕਿ ਇਹ ਕੋਈ ਝੂਠ ਦਾ ਵਪਾਰ ਨਹੀਂ, ਇਹ ਸੱਚ ਦਾ ਵਪਾਰ ਹੈਗਾ। ਇਸੇ ਕਰਕੇ ਤਾਂ ਸਾਨੂੰ ਮਹਾਂਪੁਰਖ ਦੱਸਦੇ ਆ ਕਿ ਜਿਹੜੇ ਅਸਲੀ ਕਥਾਵਾਚਕ ਹੁੰਦੇ ਆ, ਕਹਿੰਦੇ ਭਾਈ ਉਹ ਜੌਹਰੀ ਦੀ ਨਿਆਈ ਹੁੰਦੇ ਆ, ਅਤੇ ਜਿਹੜੇ ਅਸਲੇ ਸਰੋਤੇ ਹੁੰਦੇ ਆ ਉਹ ਵੀ ਜਿਹੜੇ ਹੈ ਉਹੋ ਹੀ ਜੌਹਰੀ ਦਾ ਜੋ ਸਮਾਨ ਹੈ ਨਾ, ਜੋ ਹੀਰੇ ਜਵਾਹਰਤ ਉਹਨਾਂ ਦਾ ਵਣਜ ਕਰਦੇ ਆ। ਦੇਖੋ, ਜੌਹਰੀ ਦੀਆਂ ਦੁਕਾਨਾਂ ਦੇ ਉੱਤੇ ਭੀੜ ਨਹੀਂ ਹੁੰਦੀ, ਇਸ ਕਰਕੇ ਇਹ ਸਰਵਣ ਕਰਨ ਵਾਲੇ ਸਰੋਤੇ ਬਹੁਤ ਘੱਟ ਗਿਣਤੀ ਦੇ ਵਿੱਚ ਹੁੰਦੇ ਆ। ਪਰ ਹਾਂ, ਜਿੱਥੇ ਸਬਜ਼ੀ ਦੀਆਂ ਦੁਕਾਨਾਂ ਹੋਣ, ਭੋਗਾਂ ਬਲਾਸਾਂ ਦੀਆਂ ਦੁਕਾਨਾਂ ਹੋਣ, ਉਹਨਾਂ ਦੁਕਾਨਾਂ ਦੇ ਉੱਤੇ ਆਮ ਕਰਕੇ ਭੀੜਾਂ ਬਣੀਆਂ ਰਹਿੰਦੀਆਂ। ਇਸ ਕਰਕੇ ਭਾਈ ਇਹ ਜਿਹੜੀ ਭੀੜ ਭੜੱਕੇ ਵਾਲੀ ਦੁਨੀਆ ਹੈਗੀ ਆ, ਇਹ ਜੌਹਰੀ ਦੀਆਂ ਦੁਕਾਨਾਂ ਨਹੀਂ ਹੁੰਦੀ। ਸੋ ਜੌਹਰੀ ਉੱਥੇ ਹੀ ਹੁੰਦਾ ਹੈਗਾ ਜਿੱਥੇ ਕੋਈ ਟਾਵਾਂ ਗੁਰਸਿੱਖ ਮਿਲਦਾ ਹੈ, ਅਤੇ ਫਿਰ ਭਾਈ ਉਹ ਜਿਹੜੇ ਟਾਵੇਂ ਗੁਰਸਿੱਖ ਹੁੰਦੇ ਆ ਉਹ ਇਹ ਕਥਾ ਦਾ ਲਾਭ ਲੈ ਕੇ ਆਪਣਾ ਲੋਕ ਅਤੇ ਪਰਲੋਕ ਸਹੇਲੇ ਬਣਾਉਂਦੇ ਆ। ਸੋ ਇਹੋ ਜਿਹੇ ਜਿਹੜੇ ਗੁਰਮੁਖ ਉੱਚੀ ਬਿਰਤੀ ਵਾਲੇ, ਸ਼੍ਰੇਣੀ ਵਾਲੇ, ਉੱਤਮ ਸ਼੍ਰੇਣੀ ਵਾਲੇ ਆ ਜਾਂਦੇ ਆ, ਮਹਾਂਪੁਰਖ ਦੱਸਦੇ ਆ ਕਿ ਉਹਨਾਂ ਦੀ ਜਿਹੜੀ ਬਿਰਤੀ ਆ ਨਾ, ਉਹ 5 ਪ੍ਰਕਾਰ ਦੀ ਹੁੰਦੀ ਆ। ਸੋ ਜਿਹੜੀ ਪਹਿਲੀ ਬਿਰਤੀ ਹੁੰਦੀ ਆ ਉਹਨਾਂ ਦੀ, ਉਹ ਹੁੰਦੀ ਆ ਚਕੋਰ ਦੀ ਨਿਆਈ। ਦੇਖੋ, ਜਿਹੜੀ ਚਕੋਰ ਆ, ਜਦ ਪੂਰਨਮਾਸ਼ੀ ਦੀ ਰਾਤ ਆਉਂਦੀ ਆ ਅਤੇ ਚੰਦ ਪੂਰਾ ਚਮਕਦਾ, ਉਸ ਟਾਈਮ ਫਿਰ ਚਕੋਰ ਦੀ ਅਤੇ ਚੰਦ ਦੀ ਪ੍ਰੀਤ ਇਹ ਦੇਖਣੇ ਲਾਇਕ ਬਣਦੀ ਆ। ਦੇਖੋ, ਚਕੋਰ ਦਾ ਧਿਆਨ ਸਿੱਧਾ ਚੰਦਰਮੇ 'ਤੇ ਹੁੰਦਾ ਹੈਗਾ, ਅਤੇ ਉਹ ਚੰਦਰਮੇ ਵੱਲ ਉੱਪਰ ਨੂੰ ਮੂੰਹ ਕਰਕੇ ਐਂ ਟਿਕੀ ਲਗਾ ਕੇ ਚੰਦਰਮੇ ਨੂੰ ਦੇਖਦੀ ਆ, ਅਤੇ ਇਸ ਦੇਖਣ ਦੇ ਵਿੱਚ ਉਹ ਬਾਕੀ ਸਾਰੀ ਦੁਨੀਆ ਭੁੱਲ ਜਾਂਦੀ ਆ, ਅਤੇ ਉਹਦਾ ਧਿਆਨ ਇੰਨਾ ਕਾਗਰ ਰਹਿੰਦਾ ਚੰਦਰਮਾ ਦੇ ਵਿੱਚ ਕਿ ਚੰਦਰਮਾ 'ਚੋਂ ਆ ਰਹੀਆਂ ਜਿਹੜੀਆਂ ਰੇਸ਼ਮੀ ਕਿਰਨਾਂ ਹਨ ਅੰਮ੍ਰਿਤ ਦੀਆਂ ਠੰਡੀਆਂ, ਇਹ ਫਿਰ ਚਕੋਰ ਜਿਹੜੀ ਆ ਇਹ ਆਪਣੇ ਅੰਤਰ ਆਤਮੇ ਉਹਨਾਂ ਕਿਰਨਾਂ ਨੂੰ ਪੀਂਦੀ ਆ, ਅਤੇ ਫਿਰ ਤ੍ਰਿਪਤ ਹੁੰਦੀ ਆ, ਖੁਸ਼ੀ ਮਹਿਸੂਸ ਕਰਦੀ ਆ। ਇਸੇ ਹੀ ਸੁਰਤੀ ਦੇ ਅੰਦਰ ਉਸ ਦੀ ਭਾਵੇਂ ਧੌਣ ਹੈਗੀ ਉਹ ਟੁੱਟ ਜਾਵੇ, ਪਰ ਉਹਦਾ ਧਿਆਨ ਚੰਦਰਮਾ ਤੋਂ ਇੱਕ ਪਲ ਵੀ ਇੱਧਰ ਨਹੀਂ ਹੁੰਦਾ ਹੈ। ਸੋ ਐਸੀ ਬਿਰਤੀ ਜਿਹੜੀ ਹੈ ਨਾ, ਇਹ ਉੱਤਮ ਸ਼੍ਰੇਣੀ ਵਾਲੇ ਜਿਹੜੇ ਸਰੋਤੇ ਆ ਉਹਨਾਂ ਦੀ ਹੁੰਦੀ ਆ। ਇਸੇ ਕਰਕੇ ਮਹਾਂਪੁਰਖ ਨੇ ਦੱਸਿਆ ਹੈ ਕਿ ਜਿਵੇਂ ਚਕੋਰ ਅਤੇ ਚੰਦਰਮਾ ਦੀ ਪ੍ਰੀਤ ਆ, ਇਸੇ ਤਰ੍ਹਾਂ ਇਹ ਜਿਹੜੇ ਉੱਤਮ ਸ਼੍ਰੇਣੀ ਵਾਲੇ ਸਰੋਤੇ ਹੁੰਦੇ ਆ, ਇਹਨਾਂ ਦੀ ਪ੍ਰੀਤ ਵੀ ਇਸੇ ਤਰ੍ਹਾਂ ਹੁੰਦੀ ਆ। ਸੋ ਇਹਨਾਂ ਦੀ ਪ੍ਰੀਤ ਸ਼ਬਦ ਅਤੇ ਸੁਰਤ ਦੀ ਇੱਕ ਸਰਤਾ ਜਿਹੜੀ ਆ ਨਾ, ਉਸ ਨੂੰ ਆਪਣੇ ਅੰਦਰ ਦੇ ਵਿੱਚ ਬਹੁਤ ਗਹਿਰਾਈ ਦੇ ਵਿੱਚ ਬਿਠਾ ਕੇ, ਸੋ ਇਹੋ ਜਿਹੇ ਸਰੋਤੇ ਫਿਰ ਕਥਾ ਦਾ ਆਨੰਦ ਮਾਣਦੇ ਆ। ਦੂਸਰੀ ਜਿਹੜੀ ਉੱਤਮ ਸ਼੍ਰੇਣੀ ਆ ਕਥਾ ਸੁਣਨ ਵਾਲੇ ਨੇ ਸਰੋਤਿਆਂ ਦੀ, ਉਹ ਹੁੰਦੀ ਹੈ ਚਾਤਰਿਕ ਦੀ ਨਿਆਈ। ਦੇਖੋ, ਜਿਹੜਾ ਚਾਤਰਿਕ ਵਾ ਨਾ, ਕਹਿੰਦੇ ਵੀ ਜਦ ਉਹਨੂੰ ਪਿਆਸ ਲੱਗਦੀ ਆ ਅਤੇ ਭਾਵੇਂ ਇੱਥੇ ਜਿੰਨੀਆਂ ਮਰਜ਼ੀ ਨਦੀਆਂ, ਨਾਲੇ, ਪਹਾੜ, ਸਮੁੰਦਰ ਔਰ ਮੀਂਹ ਵੀ ਪੈਂਦਾ ਹੈਗਾ, ਪਰ ਉਹਦੀ ਇਹ ਇੰਨਾ ਜਲ ਉਹਦੀ ਪਿਆਸ ਨਹੀਂ ਬੁਝਾ ਸਕਦਾ। ਕਿਉਂਕਿ ਚਾਤਰਿਕ ਨੂੰ ਕੇਵਲ ਸਵਾਤੀ ਬੂੰਦ ਹੀ ਇਸ ਦੀ ਜੋ ਤ੍ਰਿਪਤ ਹੈਗੀ, ਇਸ ਦੀ ਜੋ ਜਲਣਵਾਂ ਪਿਆਸ ਦੀ, ਉਹਨੂੰ ਠਾਰ ਸਕਦੀ ਹੈ, ਉਸ ਨੂੰ ਸ਼ਾਂਤ ਕਰ ਸਕਦੀ ਹੈ। ਇਸ ਕਰਕੇ ਉਹ ਜਿਹੜੇ ਸਰੋਤੇ ਹੁੰਦੇ ਉਹ ਚਾਤਰਿਕ ਦੀ ਨਿਆਈ ਹੁੰਦੇ ਆ। ਸੰਸਾਰ ਦੇ ਵਿੱਚ ਭਾਵੇਂ ਅਨੇਕਾਂ ਧਰਮ ਹੈਗੇ ਆ, ਅਨੇਕਾਂ ਪ੍ਰਚਾਰਕ ਹੈਗੇ ਆ, ਲੇਕਿਨ ਇਹੋ ਜਿਹੇ ਜਿਹੜੇ ਉੱਚੀ ਬਿਰਤੀ ਵਾਲੇ ਚਾਤਰਿਕ ਜਗਿਆਸੂ ਹੁੰਦੇ ਆ, ਉਹ ਹਮੇਸ਼ਾ ਸਵਾਤੀ ਬੂੰਦ ਭਾਵ ਕਿ ਪੂਰੇ ਗੁਰਾਂ ਦੀ ਬਾਣੀ ਨੂੰ ਹੀ ਸਰਵਣ ਕਰਦੇ ਆ। ਸੋ ਇਹੋ ਜਿਹੇ ਜਿਹੜੇ ਜਗਿਆਸੂ ਹੈਗੇ ਆ, ਉਹਨਾਂ ਦਾ ਧਿਆਨ ਵੀ ਹਮੇਸ਼ਾ ਉਸ ਕਥਾ ਕਰਨ ਵਾਲੇ ਵੱਲ ਚਕੋਰ ਦੀ ਤਰ੍ਹਾਂ ਹੁੰਦਾ ਹੈ। ਜਿਵੇਂ ਦੇਖੋ, ਜੋ ਚਾਤਰਿਕ ਆ ਨਾ, ਉਸ ਨੂੰ ਪਤਾ ਹੈਗਾ ਕਿ ਖਾਸ ਕਰਕੇ ਜਦ ਬਰਸਾਤੀ ਮਹੀਨਾ ਆਉਂਦਾ ਹੈ ਤਾਂ ਉਸ ਟਾਈਮ ਇਸ ਮਹੀਨਿਆਂ ਦੇ ਵਿੱਚ ਬਰਸਾਤ ਦੀ ਰੁੱਤ ਦੇ ਅੰਦਰ 27 ਨਛੱਤਰ ਆਉਂਦੇ ਆ, ਪਰ ਉਸ ਨੂੰ ਪਤਾ ਹੈ ਕਿ ਇਹਨਾਂ 27 ਨਛੱਤਰਾਂ ਦੇ ਵਿੱਚ ਇੱਕ ਜਿਹੜਾ ਨਛੱਤਰ ਬਣਦਾ ਹੈਗਾ, ਉਸ ਨਛੱਤਰ ਦੇ ਅੰਦਰ ਹੀ ਇਹ ਸਵਾਤੀ ਬੂੰਦ ਬਣਦੀ ਆ, ਅਤੇ ਉਹ ਜੋ ਚਾਤਰਿਕ ਹੈਗਾ ਆਪਣਾ ਮੂੰਹ ਉੱਪਰ ਨੂੰ ਕਰਕੇ ਫਿਰ ਬੈਠਾ ਰਹਿੰਦਾ ਹੈਗਾ, ਅਤੇ ਉਸ ਦੇ ਮੁੱਖ ਦੇ ਵਿੱਚ ਫਿਰ ਉਹ ਬੂੰਦ ਜੋ ਹੈ
ਉਹਦੇ ਮੁੱਖ ਦੇ ਵਿੱਚ ਪੈਂਦੀ ਆ ਤਾਂ ਫਿਰ ਹੀ ਉਹਦੀ ਫਿਰ ਤ੍ਰਿਪਤੀ ਹੁੰਦੀ ਆ। ਸੋ ਕਹਿਣ ਤੋਂ ਭਾਵ ਇਹ ਆ ਕਿ ਜਿਵੇਂ ਚਾਤਰਿਕ ਦੀ ਪਿਆਸ ਸਵਾਤੀ ਬੂੰਦ ਦੀ ਨਿਆਈ ਰਹਿੰਦੇ ਆ, ਇਸ ਤਰ੍ਹਾਂ ਜਿਹੜੇ ਉੱਚੀ ਸ਼੍ਰੇਣੀ ਉੱਤਮ ਸ਼੍ਰੇਣੀ ਵਾਲਿਆਂ ਦੀ ਸੁਰਤ ਹੈਗੀ ਆ, ਉਹ ਵੀ ਫਿਰ ਜੋ ਉੱਚੇ ਜਗਿਆਸੂ ਆ ਕਥਾਵਾਚਕ ਹੈਗੇ ਆ। ਉਹਨਾਂ ਦੇ ਪ੍ਰਵਚਨ ਸੁਣਨ ਦੇ ਕਾਰਨ ਉਹਨਾਂ ਦੀ ਬਿਰਤੀ ਵੀ ਉਹਨਾਂ ਦੇ ਵੱਲ ਹਮੇਸ਼ਾ ਤਰਪਰ ਰਹਿੰਦੀ ਹੈਗੀ ਆ। ਸੋ ਅਗਲਾ ਬਚਨ ਮਹਾਂਪੁਰਖਾਂ ਦਾ ਹੈਗਾ ਕਿ ਜਿਹੜੇ ਉੱਤਮ ਕਥਾ ਸੁਣਨ ਵਾਲੇ ਜਗਿਆਸੂ ਆ, ਉਹਨਾਂ ਦੀ ਬਿਰਤੀ ਹੰਸ ਦੀ ਨਿਆਈ ਹੁੰਦੀ ਆ। ਦੇਖੋ ਹੰਸ ਜਿਹੜੇ ਆ ਨਾ, ਉਹ ਛੱਪੜਾਂ ਦੇ ਉੱਤੇ, ਤਲਾਵਾਂ ਦੇ ਉੱਤੇ ਜਾਂ ਹੋਰ ਨਦੀਆਂ ਨਾਲਿਆਂ 'ਤੇ ਨਹੀਂ ਜਾਂਦੇ। ਹੰਸ ਦਾ ਟਿਕਾਣਾ ਹਮੇਸ਼ਾ ਜਦ ਵੀ ਹੋਊਗਾ ਮਾਨ ਸਰੋਵਰ ਦੇ ਵਿੱਚ ਹੋਊਗਾ। ਇਸੇ ਕਰਕੇ ਜਿਹੜੇ ਹੰਸ ਬਿਰਤੀ ਵਾਲੇ ਜਗਿਆਸੂ ਸਰੋਤਾ ਹੁੰਦੇ ਆ, ਉਹ ਵੀ ਜਿਹੜੇ ਉੱਤਮ ਮਹਾਂਪੁਰਖ ਹੈ ਉਹਨਾਂ ਦੀ ਸੰਗਤ ਕਰਦੇ ਆ। ਸੋ ਇਹ ਜੇ ਉੱਤਮ ਮਹਾਂਪੁਰਖ ਇਹ ਵੀ ਮਾਨ ਸਰੋਵਰ ਦੀ ਨਿਆਈ ਹੁੰਦੇ ਆ। ਸੋ ਹੰਸ ਇਸੇ ਹੀ ਮਾਨ ਸਰੋਵਰ ਦੇ ਅੰਦਰ ਜੋ ਪੂਰੇ ਗੁਰੂਆਂ ਦੇ ਵਚਨ ਹੈਗੇ ਆ, ਉਹਨਾਂ ਨੂੰ ਸੁਣ ਸੁਣ ਕੇ ਆਪਣੀ ਜਿਹੜੀ ਆਤਮਾ ਦੀ ਖੁਰਾਕ ਹੈਗੀ ਉਸ ਨੂੰ ਤ੍ਰਿਪਤ ਕਰਦੇ ਆ। ਜਿਵੇਂ ਹੰਸ ਸੁੱਚੇ ਮੋਤੀ ਚੁਗਦਾ ਹੈ ਅਤੇ ਸੁੱਚੇ ਮੋਤੀ ਚੁਗਣ ਤੋਂ ਬਾਅਦ ਹੀ ਉਸ ਦੀ ਫਿਰ ਤ੍ਰਿਪਤੀ ਹੁੰਦੀ ਆ। ਔਰ ਦੂਸਰਾ ਹੈ ਕਿ ਹੰਸ ਦੇ ਅੰਦਰ ਇੱਕ ਐਸੀ ਕੁਦਰਤ ਨੇ ਖੇਡ ਬਣਾਈ ਆ ਕਿ ਹੰਸ ਦੇ ਅੰਦਰ ਜਿਹੜੀ ਵਿਵੇਕ ਬੁੱਧ ਆ ਨਾ, ਉਹਦੀ ਚੁੰਝ ਦੇ ਵਿੱਚ ਹੁੰਦੀ ਆ। ਸੋ ਅਗਰ ਕੋਈ ਆਦਮੀ ਦੁੱਧ ਅਤੇ ਪਾਣੀ ਨੂੰ ਮਿਲਾ ਕੇ ਹੰਸ ਦੇ ਅੱਗੇ ਕਰ ਦੇਵੇ, ਕਿਵੇਂ ਉਹ ਆਪਣੀ ਚੁੰਝ ਮਾਰ ਕੇ ਦੁੱਧ ਅਲੱਗ ਅਤੇ ਪਾਣੀ ਅਲੱਗ ਕਰ ਦਿੰਦਾ ਹੈਗਾ। ਇਸੇ ਤਰ੍ਹਾਂ ਜਿਹੜੇ ਉੱਤਮ ਸ਼੍ਰੇਣੀ ਵਾਲੇ ਜਗਿਆਸੂ ਆ, ਉਹਨਾਂ ਨੂੰ ਉਸ ਕਥਾ ਦੇ ਵਿੱਚ ਪਤਾ ਲੱਗ ਜਾਂਦਾ ਕਿ ਇਹ ਜੋ ਕਥਾਵਾਚਕ ਹੈਗਾ, ਇਹਦੇ ਵਿੱਚ ਕਥਾ ਦੇ ਵਿੱਚ ਕਿੰਨੀ ਮਿਲਾਵਟ ਹੈਗੀ ਆ ਅਤੇ ਕਿੰਨੀ ਇਹਦੇ ਵਿੱਚ ਸ਼ੁੱਧਤਾ ਹੈਗੀ ਆ। ਇਸ ਕਰਕੇ ਉੱਤਮ ਬਿਰਤੀ ਵਾਲੇ ਜਗਿਆਸੂ ਹਰੇਕ ਮਹਾਂਪੁਰਖ ਦੀ ਜੋ ਵਿਚਾਰ ਹੈਗਾ ਉਸ ਨੂੰ ਵੀ ਸਰਵਣ ਕਰ ਲੈਂਦੇ ਆ, ਪਰ ਉਸ ਨੂੰ ਸਰਵਣ ਕਰਨ ਦੇ ਨਾਲ ਉਹਦੀ ਉਹ ਕਾਟ ਛਾਣ ਕਰਦੇ। ਕਹਿਣ ਦਾ ਭਾਵ ਇਹ ਕਿ ਹੰਸ ਬਿਰਤੀ ਦੀ ਨਿਆਈ ਉਹਦੇ ਵਿੱਚੋਂ ਦੁੱਧ ਅਲੱਗ ਅਤੇ ਪਾਣੀ ਅਲੱਗ ਕਰ ਲੈਂਦੇ ਆ। ਇਸੇ ਤਰ੍ਹਾਂ ਇਹ ਉੱਤਮ ਸ਼੍ਰੇਣੀ ਦੇ ਵਿੱਚ ਆਉਂਦੇ ਆ। ਸੋ ਜਿਵੇਂ ਹੰਸ ਦੀ ਅਡਾਰੀ ਬਹੁਤ ਵੱਡੀ ਹੁੰਦੀ ਆ, ਇਸੇ ਕਰਕੇ ਜਿਹਨਾਂ ਦੀ ਹੰਸ ਬਿਰਤੀ ਆ ਨਾ, ਉਹਨਾਂ ਦੀ ਚੜ੍ਹਦੀ ਕਲਾ ਦੀ ਅਡਾਰੀ, ਗਿਆਨ ਦੀ ਅਡਾਰੀ, ਔਰ ਹਰੇਕ ਖੇਤਰ ਦੇ ਵਿੱਚ ਉਹਨਾਂ ਦੀ ਜਿਹੜੀ ਤਰੱਕੀ ਹੈਗੀ ਆ, ਉਹ ਆਮ ਲੋਕਾਂ ਦੇ ਨਾਲੋਂ ਬਹੁਤ ਜ਼ਿਆਦਾ ਤੇਜ਼ੀ ਰਫ਼ਤਾਰ ਦੇ ਨਾਲ ਅੱਗੇ ਵੱਧਦੀ ਆ ਅਤੇ ਉਹ ਆਪਣੇ ਜੀਵਨ ਦੇ ਵਿੱਚ ਸਭ ਤੋਂ ਉੱਚਮ ਪਦਵੀ ਵੀ ਪ੍ਰਾਪਤ ਕਰ ਲੈਂਦਾ ਹੈ। ਸੋ ਅਗਲਾ ਮਹਾਂਪੁਰਖਾਂ ਦਾ ਵਚਨ ਹੈਗਾ ਕਿ ਜਿਹੜੇ ਉੱਤਮ ਬਿਰਤੀ ਵਾਲੇ ਜਗਿਆਸੂ ਆ, ਕਹਿੰਦੇ ਉਹ ਤੋਤੇ ਦੀ ਨਿਆਈ ਹੁੰਦੇ ਆ। ਦੇਖੋ ਇੱਕ ਤੋਤੇ ਦੇ ਵਿੱਚ ਖਾਸ ਗੁਣ ਹੈਗਾ ਕਿ ਉਹ ਕਿਸੇ ਵੀ ਚੀਜ਼ ਨੂੰ ਅਗਰ ਅਸੀਂ ਉਹਨੂੰ ਵਾਰ-ਵਾਰ ਦੱਸੀਏ ਤਾਂ ਉਹ ਉਹਦਾ ਰੱਟਣ ਕਰ ਲੈਂਦਾ ਹੈਗਾ। ਸੋ ਜਿਹੜੇ ਉੱਚੇ ਬਿਰਤੀ ਵਾਲੇ ਜਗਿਆਸੂ ਆ, ਕਥਾ ਜਾਂ ਗੁਰਬਾਣੀ ਦੇ ਪਾਠ ਨੂੰ ਸਰਵਣ ਕਰਨ ਦੇ ਨਾਲ ਹੀ ਉਸ ਨੂੰ ਕੰਠ ਵੀ ਕਰਦੇ, ਯਾਦ ਵੀ ਕਰਦੇ ਆ। ਇਸੇ ਤਰ੍ਹਾਂ ਅਸੀਂ ਦੇਖਦੇ ਹਾਂ ਕਿ ਬਹੁਤ ਸਾਰੀ ਜਿਹੜੀ ਬਾਣੀ ਆ, ਉਹ ਕਈ ਗੁਰਮੁਖ ਜਗਿਆਸੂ ਸੁਣ ਕੇ ਹੀ ਯਾਦ ਕਰ ਲੈਂਦੇ ਆ। ਸੋ ਉਹਨਾਂ ਦੀ ਸੁਣ ਕੇ ਯਾਦ ਕੀਤੀ ਹੋਈ ਬਾਣੀ ਆਮ ਜਿਹੜੇ ਜਗਿਆਸੂ ਆ ਉਹਨਾਂ ਨਾਲੋਂ ਕਿਤੇ ਸ਼ੁੱਧ ਅਤੇ ਬਹੁਤ ਜ਼ਿਆਦਾ ਰਸੀਲੀ ਹੁੰਦੀ ਆ। ਜਿਵੇਂ ਅਸੀਂ ਸੂਰਦਾਸ ਸਿੰਘ ਦੇਖਦੇ ਹਾਂ ਕਿ ਭਾਵੇਂ ਉਹਨਾਂ ਦੇ ਨੇਤਰ ਨਹੀਂ ਹੁੰਦੇ, ਪਰ ਦੇਖੋ ਸੁਣ ਕੇ ਕਿੰਨੀ ਮਿੱਠੀ ਅਤੇ ਸਵਾਦਲੀ ਬਾਣੀ ਉਹ ਕੰਠ ਕਰ ਲੈਂਦੇ ਆ। ਉਹਨਾਂ ਦੇ ਅੰਦਰ ਬਾਣੀ ਨੂੰ ਸੁਣਨ ਦੀ ਇਕਾਗਰਤਾ ਇੰਨੀ ਜ਼ਿਆਦਾ ਹੁੰਦੀ ਆ ਕਿ ਆਮ ਜਿਹੜਾ ਆਦਮੀ ਆ, ਉਹਨਾਂ ਦੀ ਬਾਣੀ ਸੁਣ ਕੇ ਬੜਾ ਹੈਰਾਨ ਰਹਿ ਜਾਂਦਾ। ਉਹ ਜੋ ਸ਼ਬਦ ਦਾ ਗਾਇਨ ਕਰਦੇ ਆ ਉਸ ਨੂੰ ਦੇਖ ਕੇ ਦੰਗ ਰਹਿ ਜਾਂਦੇ ਆ ਕਿ ਕਿਵੇਂ ਇੱਕ ਵੀ ਲਗਾ ਮਾਤਰ ਇੱਧਰ ਉੱਧਰ ਨਹੀਂ ਹੁੰਦੀ, ਕਿਉਂਕਿ ਉਹਨਾਂ ਦੀ ਜੋ ਸੁਰਤ ਆ ਨਾ, ਸ਼ਬਦ ਦੀ, ਅੱਖਰਾਂ ਦੀ ਪੂਰੀ ਡੰਗਾਈ ਨੂੰ ਪਕੜਦੀ ਹੈਗੀ ਆ। ਸੋ ਇਹੋ ਜਿਹੇ ਜਗਿਆਸੂ ਜਿਹੜੇ ਉਹ ਤੋਤੇ ਦੀ ਨਿਆਈ ਹੁੰਦੇ ਆ। ਪਰ ਜਿਵੇਂ ਤੋਤਾ ਜਿਹੜਾ ਹੈ ਉਹਦੇ ਵਿੱਚ ਇੱਕ ਘਾਟ ਹੈ। ਉਹ ਘਾਟ ਕੀ ਆ ਕਿ ਉਸ ਨੂੰ ਜੋ ਮਰਜ਼ੀ ਸੁਣਾ ਦਿਓ, ਉਹਨੂੰ ਕੰਠ ਤਾਂ ਕਰ ਲੈਂਦਾ ਹੈਗਾ, ਲੇਕਿਨ ਉਸ ਨੂੰ ਕੰਠ ਕਰਕੇ ਉਸ ਦੇ ਉੱਤੇ ਉਹ ਅਮਲ ਨਹੀਂ ਕਰ ਸਕਦਾ। ਪਰ ਇਹੋ ਜਿਹੇ ਜਗਿਆਸੂ ਗੁਰਬਾਣੀ ਨੂੰ ਕੰਠ ਕਰਕੇ ਇਸ ਦੇ ਉੱਤੇ ਫਿਰ ਸਮਾਂ ਪਾ ਕੇ ਜਦ ਅਮਲ ਕਰਦੇ ਆ, ਫਿਰ ਇਹ ਜਿਹੜੀ ਤੋਤੇ ਦੀ ਇਹ ਕਮਜ਼ੋਰੀ ਆ, ਇਸ ਨੂੰ ਵੀ ਟੱਪ ਜਾਂਦੇ ਆ। ਇਹਨਾਂ ਨੂੰ ਪਤਾ ਲੱਗਦਾ ਹੈ ਕਿ ਸੁਣ ਜੀਵਾਂ ਤੇਰੀ ਬਾਣੀ, ਕਿਉਂਕਿ ਮਨੁੱਖੀ ਜੋ ਆਤਮਾ ਹੈਗੀ ਆ, ਮਨੁੱਖੀ ਜੋ ਸੋਚ ਹੈਗੀ ਆ, ਉਹ ਚੇਤਨ ਸੱਤਾ ਹੈਗੀ ਆ, ਨਾ ਕਿ ਪੰਛੀ ਜਿਹੜੇ ਆ ਉਹ ਅਚੇਤ ਆ, ਪਸ਼ੂ ਪੰਛੀ ਚੇਤ ਆ। ਲੇਕਿਨ ਮਨੁੱਖ ਦੀ ਜਿਹੜੀ ਬਿਰਤੀ ਆ ਉਹ ਪਰਮੇਸ਼ਰ ਨੇ ਸੁਚੇਤ ਬਣਾਈ ਆ। ਇਸ ਕਰਕੇ ਮਨੁੱਖ ਹਰ ਚੰਗੀ ਮੰਦੀ ਹਰੇਕ ਗੱਲ ਨੂੰ ਪੂਰੀ ਤਰ੍ਹਾਂ ਸਮਝਦਾ ਹੈਗਾ ਅਤੇ ਉਸ ਨੂੰ ਸਮਝਣ ਤੋਂ ਬਾਅਦ ਹੀ ਫਿਰ ਇਹ ਜਿਹੜਾ ਮਨੁੱਖ ਹੈਗਾ ਉਸ ਗੱਲ ਦੇ ਉੱਤੇ ਆਪਣਾ ਪਹਿਰਾ ਦਿੰਦਾ ਹੈ
ਕਿ ਕਿਹੜੀ ਐਸੀ ਗੱਲ ਹੈ ਜਿਹੜੀ ਮੇਰੇ ਵਾਸਤੇ ਵਧੀਆ ਹੈ, ਦੁਨੀਆ ਵਾਸਤੇ ਵਧੀਆ ਹੈਗੀ ਆ, ਜਿਹਦੇ ਵਿੱਚ ਸਭ ਦਾ ਭਲਾ ਹੁੰਦਾ ਹੈ। ਸੋ ਇਹੋ ਜਿਹੇ ਜਿਹੜੇ ਵਿਅਕਤੀ ਹੈਗੇ ਕੋਈ ਐਸੀ ਗੱਲ ਨਹੀਂ ਫੜਦੇ ਜਿਹਦੇ ਵਿੱਚ ਉਹਨਾਂ ਦਾ ਸਵਾਰਥ ਛੁਪਿਆ ਹੋਵੇ ਅਤੇ ਦੂਸਰੇ ਦਾ ਭਲਾ ਨਾ ਹੋ ਸਕਦਾ ਹੋਵੇ। ਇਸ ਕਰਕੇ ਉਹ ਸੰਸਾਰ ਦੀ ਭਲਾਈ ਨੂੰ ਸਭ ਤੋਂ ਮੁੱਖ ਰੱਖਦੇ ਆ। ਸੋ ਇਹ ਬਿਰਤੀ ਜਿਹੜੀ ਆ ਇਹ ਵੀ ਉੱਤਮ ਸ਼੍ਰੇਣੀ ਦੇ ਵਿੱਚ ਮਹਾਂਪੁਰ ਕਹਿੰਦੇ ਗਿਣੀ ਜਾਂਦੀ ਆ। ਸੋ ਅਗਲੀ ਜੋ ਬਿਰਤੀ ਹੈਗੀ ਆ ਉੱਤਮ ਸ਼੍ਰੇਣੀ ਦੀ, ਉਹ ਹੁੰਦੀ ਆ ਮਛਲੀ ਦੀ ਨਿਆਈ। ਦੇਖੋ, ਜਿਨ੍ਹਾਂ ਦੀ ਬਿਰਤੀ ਉੱਚੀ ਹੈਗੀ ਆ, ਮਛਲੀ ਦੀ ਨਿਆਈ ਹੈਗੀ ਆ। ਹੁਣ ਮਛਲੀ ਦਾ ਪ੍ਰੇਮ ਜਿਹੜਾ ਹੈ ਉਹ ਤਾਂ ਫਿਰ ਜਲ ਦੇ ਨਾਲ ਹੈਗੀ ਆ। ਹੁਣ ਜਲ ਤੋਂ ਬਿਨਾਂ ਮੀਨ ਰਹਿ ਨਹੀਂ ਸਕਦੀ ਹੈਗੀ ਆ, ਕਿਉਂਕਿ ਜਲ ਨੂੰ ਛੱਡ ਕੇ ਮੀਨ ਉਸੇ ਟਾਈਮ ਤੜਫ ਕੇ ਆਪਣੇ ਪ੍ਰਾਣ ਦੇ ਦਿੰਦੀ ਆ। ਅਤੇ ਇਸੇ ਤਰ੍ਹਾਂ ਜਿਹੜੀ ਉੱਚੀ ਬਿਰਤੀ ਵਾਲੀ ਜਗਿਆਸੂ ਹੈਗੇ ਆ, ਉਹੋ ਜਿਹੇ ਜਿਹੜੇ ਸਰੋਤੇ ਹੁੰਦੇ ਆ, ਉਹ ਵੀ ਕਥਾ ਤੋਂ ਬਗੈਰ, ਕਥਾ ਸਰਵਣ ਕਰਨ ਤੋਂ ਬਗੈਰ ਉਹਨਾਂ ਦੇ ਅੰਦਰ ਐਸੀ ਤੜਫ ਲੱਗ ਜਾਂਦੀ ਆ ਕਿ ਉਹ ਵੀ ਮੱਛੀ ਦੀ ਤਰ੍ਹਾਂ ਉਹ ਵੀ ਤੜਫ ਜਾਂਦੇ ਅੰਦਰੋਂ। ਉਹਨਾਂ ਦੀ ਜਿਹੜੀ ਪਿਆਸ ਹੈਗੀ ਆ, ਜਿਵੇਂ ਮੱਛੀ ਦੀ ਪ੍ਰੀਤ ਪਾਣੀ ਨਾਲ, ਉਹਨਾਂ ਦੀ ਪ੍ਰੀਤ ਫਿਰ ਕਥਾ ਸਰਵਣ ਕਰਨ ਦੇ ਨਾਲ ਬਣ ਜਾਂਦੀ ਆ। ਅਤੇ ਪਰ ਕਥਾ ਤੋਂ ਬਗੈਰ ਇਹੋ ਜਿਹੇ ਜਗਿਆਸੂ ਜਿਹੜੇ ਆ, ਉਹਨਾਂ ਦੀ ਆਤਮਾ ਵੀ ਮੱਛੀ ਦੀ ਨਹੀਂ ਜਦ ਤੜਫਦੀ ਹੈਗੀ ਆ, ਅਤੇ ਇਸ ਤੜਫ ਦੇ ਵਿੱਚ ਉਹਨਾਂ ਨੂੰ ਪਤਾ ਲੱਗਦਾ ਹੈ ਕਿ ਉਹ ਇੱਕ ਜਗ੍ਹਾ ਖੜ੍ਹੇ ਨਹੀਂ ਹੋ ਸਕਦੇ। ਸੋ ਕਹਿਣ ਤੋਂ ਭਾਵ ਇਹ ਆ ਕਿ ਜਿਵੇਂ ਮੱਛੀ ਜਿਹੜੀ ਆ, ਅਗਰ ਤੜਫ ਕੇ ਆਪਣੇ ਪ੍ਰਾਣ ਵੀ ਦੇ ਦੇਵੇ, ਲੇਕਿਨ ਪ੍ਰਾਣ ਦੇਣ ਤੋਂ ਬਾਅਦ ਜਿਹੜੇ ਮਛੇਰੇ ਇਸ ਮੱਛੀ ਦਾ ਸੇਵਨ ਕਰਦੇ ਆ, ਫਿਰ ਉਹਨਾਂ ਨੂੰ ਇਹ ਵੀ ਪਤਾ ਹੈਗਾ ਕਿ ਮੱਛੀ ਦੇ ਸੇਵਨ ਕਰਨ ਤੋਂ ਬਾਅਦ ਵੀ ਉਹਨਾਂ ਨੂੰ ਅੰਦਰ ਪਿਆਸ ਲੱਗਦੀ ਆ, ਕਿਉਂਕਿ ਮੱਛੀ ਮਰ ਕੇ ਵੀ ਜਿਹੜੇ ਉਹ ਜਲ ਦਾ ਤਿਆਗ ਨਹੀਂ ਕਰਦੀ। ਇਹੋ ਜਿਹੀ ਉੱਚੀ ਬਿਰਤੀ ਵਾਲੀ ਜਗਿਆਸੂ ਉਹ ਵੀ ਅਗਰ ਇਸ ਤੜਫ ਦੇ ਵਿੱਚ ਆਪਣਾ ਸਰੀਰ ਵੀ ਛੱਡ ਜਾਣ, ਪਰ ਉਹਨਾਂ ਦੀ ਤੜਫ ਕਥਾ ਸਰਵਣ ਕਰਨ ਤੋਂ ਬਗੈਰ ਕਦੀ ਨਹੀਂ ਬੁੱਝਦੀ ਹੈ। ਸੋ ਉਹਨਾਂ ਦੇ ਅੰਦਰ ਇਹ ਹਮੇਸ਼ਾ ਹੀ ਝਾਕ ਰਹਿੰਦੀ ਆ ਕਿ ਕੋਈ ਨਾ ਕੋਈ ਰੱਬ ਦੀ ਸਿਫਤ ਸਲਾਹ ਵਡਿਆਈ, ਅਗਰ ਕੋਈ ਐਸੀ ਵਿਚਾਰ ਜਿਹੜੀ ਮੈਂ ਜ਼ਿੰਦਗੀ 'ਚ ਨਾ ਸੁਣੀ ਹੋਵੇ, ਅਗਰ ਮੇਰੇ ਕੰਨੀ ਪੈ ਜਾਵੇ, ਤਾਂ ਫਿਰ ਉਹਨਾਂ ਨੂੰ ਪਤਾ ਲੱਗਦਾ ਕਿ ਕਿੱਡਾ ਵੱਡਾ ਨਾਮ ਧਨ ਇਹ ਪਰਮੇਸ਼ਰ ਵੱਲ ਉਹਨਾਂ ਨੂੰ ਪ੍ਰਾਪਤ ਹੋ ਜਾਂਦਾ ਹੈ। ਸੋ ਇਹੋ ਜਿਹੇ ਜਿਹੜੇ ਜਗਿਆਸੂ ਹਨ ਉਹ ਉੱਚੀ ਬਿਰਤੀ ਵਾਲੇ ਕਹਾਉਂਦੇ ਆ। ਸੋ ਉੱਚੀ ਬਿਰਤੀ ਵਾਲੇ ਜਗਿਆਸੂਆਂ ਦੀ ਹੀ ਦਰਗਾਹ ਦੇ ਵਿੱਚ ਕੀਮਤ ਹੁੰਦੀ ਆ, ਉਹਨਾਂ ਦੀ ਹੀ ਦਰਗਾਹ ਦੇ ਵਿੱਚ ਜੈ ਜੈਕਾਰ ਹੁੰਦੀ ਆ। ਜਿਵੇਂ ਗੁਰਬਾਣੀ ਆਖਦੀ ਆ ਕਿ ਰੇ ਦਰਗੇ ਕਹਿ ਨਾ ਕਹੂ, ਆਓ ਬੈਠ ਆਦਰ ਸਭ ਦਊ। ਉਹਨਾਂ ਨੂੰ ਦਰਗਾਹ ਦੇ ਵਿੱਚ ਧੱਕੇ ਨਹੀਂ ਪੈਂਦੇ, ਉਹਨਾਂ ਨੂੰ ਸਾਰੇ ਆਦਰ ਅਤੇ ਪਿਆਰ ਅਤੇ ਸਤਿਕਾਰ ਦੇ ਨਾਲ ਬੜੇ ਉੱਚੇ ਸਥਾਨ ਦੇ ਉੱਤੇ ਬਿਠਾਉਂਦੇ ਆ। ਅਤੇ ਇਹੋ ਜਿਹੇ ਜਗਿਆਸੂ ਆਪਣਾ ਲੋਕ ਅਤੇ ਪਰਲੋਕ ਇਸ ਵਿਵੇਕ ਬੁੱਧ ਦੀ ਸੁਰਤ ਕਰਕੇ ਹੀ ਸਵਾਰ ਕੇ ਇਸ ਸੰਸਾਰ ਤੋਂ ਬਹੁਤ ਹੀ ਆਨੰਦਮਈ ਹੋ ਕੇ ਬੈਕੁੰਠ ਧਾਮ ਚਲੇ ਜਾਂਦੇ ਆ। ਸੋ ਦਾਸ ਇੰਨੇ ਹੀ ਬਚਨ ਕਰਦਾ ਹੋਇਆ ਖਿਮਾ ਦਾ ਜਾਚਕਵਾ ਜੀ, ਹੋਈਆਂ ਬੇਅੰਤ ਭੁੱਲਾਂ ਚੁੱਕਾਂ ਦੀ ਖਿਮਾ ਬਖਸ਼ਣੀ। ਸੋ ਫਤਿਹ ਬੁਲਾਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।